ਸੰਗਤ ਜੀ, ਇਹ ਘਟਨਾ ਲੁਧਿਆਣੇ ਦੇ ਰਹਿਣ ਵਾਲੇ ਜਗਰੂਪ ਸਿੰਘ ਨੇ ਸਾਂਝੀ ਕੀਤੀ ਹੈ, ਜਿਨ੍ਹਾਂ ਦਾ ਇਸ ਵੇਲੇ ਕੈਨੇਡਾ ਦੇ ਵਿੱਚ ਟਰਾਂਸਪੋਰਟ ਦਾ ਕੰਮ ਹੈ। ਜਗਰੂਪ ਸਿੰਘ ਦੱਸਦੇ ਹਨ ਕਿ ਮੇਰਾ ਪੂਰਾ ਪਰਿਵਾਰ ਪੂਰਨ ਗੁਰਸਿੱਖ ਹੈ ਤੇ ਮੇਰੇ ਦਾਦਾ ਜੀ ਅਕਾਲੀ ਲਹਿਰ ਵਿੱਚ ਸਨ ਤੇ ਸਾਡਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ। ਸੋ ਮੇਰਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਜੀਵਨ ਸਿੱਖੀ ਦੇ ਮਾਹੌਲ ਵਿੱਚ ਹੀ ਬੀਤਿਆ। ਮੈਂ 12ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਕੀਤੀ ਤੇ ਪਰਿਵਾਰ ਦੇ ਧਾਰਮਿਕ ਮਾਹੌਲ ਕਰਕੇ ਮੈਂ ਵੀ ਗੁਰਬਾਣੀ ਸਿਮਰਨ ਨਾਲ ਜੁੜਿਆ ਰਹਿੰਦਾ ਸੀ। ਹੌਲੀ ਹੌਲੀ ਮੈਂ ਵੀ ਸਿੰਘ ਸੱਜ ਗਿਆ ਤੇ ਸਿਰ ਉੱਪਰ ਮੈਂ ਵੀ ਦੁਮਾਲਾ ਸਜਾਉਣ ਲੱਗਾ। 12ਵੀਂ ਜਮਾਤ ਕਰਨ ਤੋਂ ਬਾਅਦ ਮੈਂ ਬਾਹਰ ਦਾ ਅਪਲਾਈ ਕਰ ਦਿੱਤਾ ਤੇ ਨਾਲ ਦੀ ਨਾਲ ਇੰਗਲਿਸ਼ ਦੀਆਂ ਕਲਾਸਾਂ ਲਗਾਉਂਦਾ ਰਿਹਾ। ਪਹਿਲੀ ਵਾਰ ਤਾਂ ਮੇਰਾ ਵੀਜ਼ਾ ਰਿਜੈਕਟ ਹੋ ਗਿਆ, ਪਰ ਦੂਸਰੀ ਵਾਰ ਮੈਂ ਫਿਰ ਤੋਂ ਅਪਲਾਈ ਕੀਤਾ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀਆਂ ਕਰਦਾ ਰਿਹਾ। ਪ੍ਰਮਾਤਮਾ ਦੀ ਨਜ਼ਰ ਸਵੱਲੀ ਹੋਈ ਤੇ ਮੇਰਾ ਕੈਨੇਡਾ ਦਾ ਵੀਜ਼ਾ ਆ ਗਿਆ। ਕੁਝ ਹੀ ਦਿਨਾਂ ਵਿੱਚ ਮੈਂ ਕੈਨੇਡਾ ਪਹੁੰਚ ਗਿਆ ਤੇ ਉਸ ਅਕਾਲ ਪੁਰਖ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ। ਮੇਰੇ ਪਿਤਾ ਜੀ ਨੇ ਮੈਨੂੰ ਕਰਜ਼ਾ ਚੁੱਕ ਕੇ ਬਾਹਰ ਭੇਜਿਆ ਸੀ, ਜਿਸ ਕਰਕੇ ਮੈਂ ਪੜ੍ਹਾਈ ਦੇ ਨਾਲ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ। ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਕੈਨੇਡਾ ਦੇ ਵਿੱਚ ਕੋਈ ਸਿੱਖ ਹੀ ਦਿਖਾਈ ਦਿੰਦਾ ਸੀ ਤੇ ਜਿਸ ਇਲਾਕੇ ਵਿੱਚ ਮੈਂ ਰਹਿੰਦਾ ਸੀ ਉਸ ਇਲਾਕੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ। ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਸੀ ਕਿ ਕੈਨੇਡਾ ਆਣ ਕੇ ਵੀ ਮੈਂ ਪਾਠ ਕਰਨਾ ਤੇ ਸਿਮਰਨ ਕਰਨਾ ਨਹੀਂ ਛੱਡਿਆ, ਕਿਉਂਕਿ ਮੈਂ ਸੁਣਿਆ ਸੀ ਕਿ ਕੈਨੇਡਾ ਆਉਣ ਤੋਂ ਬਾਅਦ ਲੋਕ ਪੈਰ ਛੱਡ ਜਾਂਦੇ ਨੇ ਤੇ ਸਿੱਖੀ ਤੋਂ ਦੂਰ ਹੋ ਜਾਂਦੇ ਨੇ। ਮੇਰੇ ਕੋਲ ਸਮਾਂ ਘੱਟ ਹੋਣ ਦੇ ਕਰਕੇ ਮੈਂ ਗੁਰਬਾਣੀਆਂ ਕੰਠ ਕਰ ਲਈਆਂ ਸਨ ਤੇ ਜਦੋਂ ਸਮਾਂ ਬਿਲਕੁਲ ਵੀ ਨਾ ਮਿਲਦਾ ਤਾਂ ਮੈਂ ਚੱਲਦੇ ਫਿਰਦੇ ਮੂਲ ਮੰਤਰ ਦਾ ਜਾਪ ਜ਼ਰੂਰ ਕਰਦਾ ਰਹਿੰਦਾ। ਸੋ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਕੰਮ ਤੇ ਪੜ੍ਹਾਈ ਦੇ ਦੌਰਾਨ ਕਦੋਂ ਮੇਰੀ ਸੰਗਤ ਗਲਤ ਹੋ ਗਈ ਮੈਨੂੰ ਪਤਾ ਹੀ ਨਾ ਚੱਲਿਆ। ਮੇਰੇ ਨਾਲ ਪੜ੍ਹਨ ਵਾਲੀ ਇੱਕ ਲੜਕੀ ਮੇਰੇ ਸਾਦੇ ਸੁਭਾਅ ਤੇ ਮਿੱਠੀ ਬੋਲਬਾਣੀ ਕਰਕੇ ਮੇਰੇ ਨਾਲ ਰਿਲੇਸ਼ਨ ਵਿੱਚ ਆ ਗਈ, ਪਰ ਮੈਂ ਫਿਰ ਵੀ ਆਪਣੀ ਮਰਿਆਦਾ ਵਿੱਚ ਹੀ ਰਿਹਾ। ਮੈਨੂੰ ਇੱਕ ਗੱਲ ਦਾ ਹਮੇਸ਼ਾ ਹੀ ਬਹੁਤ ਦੁੱਖ ਰਹਿੰਦਾ ਸੀ ਕਿ ਮੇਰੇ ਨਾਲ ਪੜ੍ਹਨ ਵਾਲੇ ਮੇਰੀ ਲੋਕ ਉੱਤੇ ਹਮੇਸ਼ਾ ਹੀ ਮਜ਼ਾਕ ਕਰਦੇ ਰਹਿੰਦੇ ਸਨ। ਉਹ ਅਕਸਰ ਮੈਨੂੰ ਮਖੌਲ ਜਿਹੇ ਕਰਦੇ ਰਹਿੰਦੇ ਸਨ ਕਿ ਤੂੰ ਕੀ ਬਾਬਾ ਜਿਹਾ ਬਣ ਕੇ ਘੁੰਮਦਾ ਰਹਿੰਦਾ ਹੈ ਤੇ ਜਦੋਂ ਦੇਖੋ ਉਦੋਂ ਪਾਠ ਕਰਦਾ ਰਹਿੰਦਾ ਹੈ। ਮੈਨੂੰ ਇਸ ਗੱਲ ਦਾ ਦੁੱਖ ਜ਼ਿਆਦਾ ਹੁੰਦਾ ਸੀ ਕਿ ਮੇਰਾ ਮਜ਼ਾਕ ਉਡਾਉਣ ਦੇ ਵਿੱਚ ਜ਼ਿਆਦਾਤਰ ਬੱਚੇ ਸਿੱਖਾਂ ਦੇ ਹੀ ਮਾਡਰਨ ਬੱਚੇ ਹੁੰਦੇ ਸਨ, ਜਿਹੜੇ ਕਿ ਆਪ ਸਿਰਾਂ ਤੋਂ ਮੋਨੇ ਸਨ। ਇਹ ਮਜ਼ਾਕ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਸੀ। ਮੈਂ ਤਾਂ ਇਹਨਾਂ ਮਜ਼ਾਕਾਂ ਤੇ ਗੌਰ ਨਹੀਂ ਕਰਦਾ ਸੀ, ਪਰ ਮੇਰੇ ਨਾਲ ਵਾਲੀ ਲੜਕੀ ਨੂੰ ਜ਼ਿਆਦਾ ਫੀਲ ਹੁੰਦਾ ਸੀ ਤੇ ਇੱਕ ਦਿਨ ਉਸਨੇ ਮੈਨੂੰ ਬੋਲ ਹੀ ਦਿੱਤਾ ਕਿ ਜੇਕਰ ਤੂੰ ਮੇਰੇ ਨਾਲ ਰਿਲੇਸ਼ਨ ਰੱਖਣਾ ਚਾਹੁੰਦਾ ਹੈ ਤਾਂ ਤੈਨੂੰ ਕਲੀਨ ਸ਼ੇਵ ਹੋਣਾ ਪਵੇਗਾ। ਪਹਿਲਾਂ ਤਾਂ ਮੈਂ ਸਾਫ਼-ਸਾਫ਼ ਨਾ ਕਰ ਦਿੱਤੀ, ਪਰ ਹੌਲੀ-ਹੌਲੀ ਮਜ਼ਾਕਾਂ ਦਾ ਅਸਰ ਮੇਰੇ ਤੇ ਵੀ ਹੋਣ ਲੱਗਾ ਤੇ ਮੈਨੂੰ ਵੀ ਆਪਣੀ ਦਿੱਖ ਉੱਤੇ ਸ਼ਰਮ ਜਿਹੀ ਮਹਿਸੂਸ ਹੋਣ ਲੱਗੀ, ਕਿਉਂਕਿ ਮੇਰੀ ਲੁੱਕ ਕਰਕੇ ਹੀ ਮੈਂ ਜ਼ਿੰਦਗੀ ਵਿੱਚ ਇਕੱਲਾ ਰਹਿ ਗਿਆ ਸੀ। ਇਸ ਗੱਲ ਦਾ ਲੋਡ ਮੇਰੇ ਦਿਮਾਗ ਉੱਪਰ ਇੰਨਾ ਕੁ ਸੀ ਕਿ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗਾ ਤੇ ਇੱਕ ਦਿਨ ਮੈਂ ਕੇਸ ਕਤਲ ਕਰਵਾਉਣ ਦਾ ਫੈਸਲਾ ਕਰ ਹੀ ਲਿਆ। ਕੇਸ ਕਤਲ ਕਰਵਾਉਣ ਲਈ ਮੈਂ ਨਾਈ ਦੀ ਦੁਕਾਨ ਤੇ ਜਾਣ ਲਈ ਤਿਆਰ ਹੋ ਗਿਆ। ਉਸ ਇਲਾਕੇ ਵਿੱਚ ਨਾਈ ਦੀ ਸਿਰਫ ਇੱਕ ਹੀ ਦੁਕਾਨ ਸੀ ਤੇ ਕੇਸ ਕਤਲ ਕਰਵਾਉਣ ਲਈ ਮੈਂ ਕੰਮ ਤੋਂ ਵੀ ਛੁੱਟੀ ਕਰ ਲਈ। ਸਵੇਰੇ 9 ਵਜੇ ਦੇ ਕਰੀਬ ਜਦੋਂ ਮੈਂ ਦੁਕਾਨ ਤੇ ਪਹੁੰਚਦਾ ਹਾਂ ਤਾਂ ਕੀ ਦੇਖਦਾ ਹਾਂ ਕਿ ਦੁਕਾਨ ਦੇ ਅੱਗੇ 2 ਨਿਹੰਗ ਸਿੰਘ ਖੜੇ ਸਨ, ਜਿਨ੍ਹਾਂ ਨੂੰ ਦੇਖ ਕੇ ਮੈਂ ਡਰ ਗਿਆ ਤੇ ਉੱਥੋਂ ਦੌੜ ਕੇ ਪਿੱਛੇ ਆ ਗਿਆ। ਸੋਚਿਆ ਕਿ ਕੁਝ ਦੇਰ ਬਾਅਦ ਇਹ ਇੱਥੋਂ ਚਲੇ ਜਾਣਗੇ ਤਾਂ ਮੈਂ ਦੁਪਹਿਰ ਨੂੰ ਆਵਾਂਗਾ। ਪਰ ਜਿਵੇਂ ਹੀ ਮੈਂ ਦੁਪਹਿਰ ਨੂੰ ਫੇਰ ਉਸ ਦੁਕਾਨ ਤੇ ਪਹੁੰਚਿਆ ਤਾਂ ਉਹ 2 ਨਿਹੰਗ ਸਿੰਘ ਹਾਲੇ ਵੀ ਉੱਥੇ ਹੀ ਖੜੇ ਸਨ ਤੇ ਉਹਨਾਂ ਨੂੰ ਦੇਖ ਕੇ ਮੈਂ ਫਿਰ ਉੱਥੋਂ ਦੌੜ ਕੇ ਘਰ ਆ ਗਿਆ ਤੇ ਸ਼ਾਮ ਨੂੰ ਜਾਣ ਦਾ ਫੈਸਲਾ ਕੀਤਾ। ਕੇਸ ਕਤਲ ਕਰਵਾਉਣ ਦਾ ਮੈਂ ਪੱਕਾ ਮਨ ਬਣਾਇਆ ਹੋਇਆ ਸੀ ਤੇ ਜਦੋਂ ਦਿਨ ਢਲਿਆ ਤਾਂ ਤੀਸਰੀ ਵਾਰ ਮੈਂ ਫਿਰ ਤੋਂ ਦੁਕਾਨ ਤੇ ਪਹੁੰਚ ਗਿਆ, ਪਰ ਇਸ ਵਾਰ ਵੀ ਉਹ ਦੋਨੋਂ ਨਿਹੰਗ ਸਿੰਘ ਉੱਥੇ ਹੀ ਸਨ। ਇਸ ਵਾਰੀ ਉਹਨਾਂ ਨਿਹੰਗ ਸਿੰਘਾਂ ਦਾ ਧਿਆਨ ਮੇਰੇ ਵੱਲ ਪੈ ਗਿਆ ਤਾਂ ਮੈਂ ਅੰਦਰ ਤੱਕ ਹਿੱਲ ਗਿਆ ਤੇ ਉੱਥੋਂ ਇੰਨੀ ਜ਼ੋਰ ਨਾਲ ਭੱਜਿਆ ਕਿ ਦੁਕਾਨ ਵਾਲੇ ਗੋਰੇ ਵੀ ਦੁਕਾਨ ਤੋਂ ਬਾਹਰ ਆ ਗਏ। ਕੇਸ ਕਤਲ ਕਰਵਾਉਣ ਦੀ ਮੈਂ 3 ਵਾਰੀ ਦੁਕਾਨ ਤੇ ਗਿਆ, ਪਰ ਸਫਲ ਨਾ ਹੋ ਸਕਿਆ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਵਾਪਰ ਕੀ ਰਿਹਾ ਹੈ ਤੇ ਜਦੋਂ ਅਗਲੀ ਸਵੇਰ ਹੋਈ ਤਾਂ ਮੈਂ ਕੰਮ ਤੇ ਜਾਣ ਲਈ ਤਿਆਰ ਹੋ ਰਿਹਾ ਸਾਂ ਤਾਂ ਅਚਾਨਕ ਮੇਰੇ ਘਰ ਕੁਝ ਪੁਲਿਸ ਵਾਲੇ ਆਏ ਤੇ ਮੇਰੇ ਕੋਲੋਂ ਪੁੱਛ-ਗਿੱਛ ਕਰਨ ਲੱਗੇ। ਮੈਨੂੰ ਆਖਣ ਲੱਗੇ ਕਿ ਸਾਡੇ ਕੋਲ ਉਸ ਦੁਕਾਨ ਵਾਲੇ ਨਾਈ ਨੇ ਤੁਹਾਡੀ ਕੰਪਲੇਂਟ ਕੀਤੀ ਹੈ ਕਿ ਤੁਸੀਂ ਕੱਲ 3 ਵਾਰੀ ਉਹਨਾਂ ਦੀ ਦੁਕਾਨ ਦੇ ਕੋਲ ਜਾ ਕੇ ਵਾਪਿਸ ਦੌੜੇ ਹੋ, ਤਾਂ ਦੁਕਾਨ ਵਾਲਾ ਨਾਈ ਜਾਣਨਾ ਚਾਹੁੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ। ਪੁਲਿਸ ਵਾਲੇ ਇੱਕੋ ਸਵਾਲ ਮੇਰੇ ਕੋਲੋਂ ਬਾਰ-ਬਾਰ ਪੁੱਛ ਰਹੇ ਸਨ। ਉਸ ਵੇਲੇ ਮੈਂ ਬਹੁਤ ਘਬਰਾ ਚੁੱਕਿਆ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਕੀ ਬੋਲਾਂ।
ਤਾਂ ਜਦੋਂ ਮੈਂ ਕੁਝ ਵੀ ਨਾ ਬੋਲਿਆ ਤਾਂ ਉਹ ਪੁਲਿਸ ਵਾਲੇ ਮੈਨੂੰ ਉਸ ਨਾਈ ਦੀ ਦੁਕਾਨ ਤੇ ਲੈ ਗਏ ਤੇ ਮੈਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਿਖਾਉਣ ਲੱਗੇ। ਮੈਂ ਇਸ ਗੱਲ ਨੂੰ ਦੇਖ ਕੇ ਬੜਾ ਹੈਰਾਨ ਸੀ ਕਿ ਸੀਸੀਟੀਵੀ ਕੈਮਰਿਆਂ ਵਿੱਚ ਮੈਂ ਦੌੜਦਾ ਹੋਇਆ ਤਾਂ ਸਾਫ਼-ਸਾਫ਼ ਦਿਖਾਈ ਦੇ ਰਿਹਾ ਸਾਂ, ਪਰ ਉਹਨਾਂ ਕੈਮਰਿਆਂ ਵਿੱਚ ਉਹ ਦੋਨੋਂ ਨਿਹੰਗ ਸਿੰਘ ਮੈਨੂੰ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਸਨ। ਜਿਸ ਜਗ੍ਹਾ ਤੇ ਉਹ ਨਿਹੰਗ ਸਿੰਘ ਖੜੇ ਸਨ, ਕੈਮਰਿਆਂ ਵਿੱਚ ਉੱਥੇ ਕੁਝ ਵੀ ਨਹੀਂ ਆ ਰਿਹਾ ਸੀ ਤੇ ਇਹ ਸਭ ਦੇਖ ਕੇ ਮੈਂ ਬਹੁਤ ਹੈਰਾਨ ਸਾਂ। ਪਰ ਕੁਝ ਦੇਰ ਬਾਅਦ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਲਾ ਸਮਝ ਆ ਗਈ ਤੇ ਮੈਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਦਾ ਅਹਿਸਾਸ ਹੋ ਗਿਆ, ਜਿਹੜੀ ਕਿ ਮੈਂ ਜਾਣੇ ਅਣਜਾਣੇ ਵਿੱਚ ਕਰਨ ਚੱਲਿਆ ਸੀ। ਪਰ ਉਸ ਡਾਢੇ ਪਰਮਾਤਮਾ ਨੇ ਮੈਨੂੰ ਉਸ ਰਸਤੇ ਤੋਂ ਜਾਣ ਲਈ ਰੋਕ ਲਿਆ ਜਿਹੜਾ ਕਿ ਸਿਰਫ ਨਰਕਾਂ ਨੂੰ ਹੀ ਜਾਂਦਾ ਹੈ। ਕੈਨੇਡਾ ਵਰਗੇ ਚੰਗੇ ਮੁਲਕ ਵਿੱਚ ਅੱਜ ਮੇਰਾ ਟਰਾਂਸਪੋਰਟ ਦਾ ਵੱਡਾ ਕਾਰੋਬਾਰ ਹੈ ਤੇ ਪਰਮਾਤਮਾ ਦੀ ਦਇਆ ਨਾਲ ਜਿਸ ਲੜਕੀ ਨਾਲ ਮੇਰਾ ਵਿਆਹ ਹੋਇਆ ਹੈ ਉਹ ਵੀ ਬਹੁਤ ਚੰਗੀ ਹੈ ਤੇ ਧਾਰਮਿਕ ਵਿਚਾਰਾਂ ਵਾਲੀ ਹੈ। ਜਗਰੂਪ ਸਿੰਘ ਦੱਸਦੇ ਹਨ ਕਿ ਪਹਿਲਾਂ ਤਾਂ ਮੈਂ ਸਿਰਫ ਕਥਾ ਕਹਾਣੀਆਂ ਵਿੱਚ ਹੀ ਸੁਣਦਾ ਹੁੰਦਾ ਸੀ ਕਿ ਗੁਰੂ ਸਾਹਿਬਾਨ ਆਪਣੇ ਸਿੰਘਾਂ ਨੂੰ ਬਚਾਉਣ ਲਈ ਸ਼ਹੀਦ ਸਿੰਘਾਂ ਦਾ ਪਹਿਰਾ ਲਗਾਉਂਦੇ ਹਨ, ਪਰ ਹੁਣ ਮੈਂ ਇਹ ਸਭ ਆਪਣੀ ਅੱਖੀਂ ਦੇਖ ਚੁੱਕਿਆ ਹਾਂ। ਜਿਸ ਵੀ ਇਨਸਾਨ ਨੇ ਗੁਰੂ ਸਾਹਿਬ ਜੀ ਨੂੰ ਦਿਲੋਂ ਮੰਨਿਆ ਹੈ ਤੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਉਤਾਰਿਆ ਹੈ, ਉਸ ਉੱਪਰ ਜਦੋਂ ਵੀ ਬੁਰਾ ਸਮਾਂ ਆਉਂਦਾ ਹੈ ਤਾਂ ਗੁਰੂ ਸਾਹਿਬ ਆਪ ਰੱਖਿਆ ਕਰਦੇ ਹਨ ਤੇ ਮਾੜੇ ਰਾਹਾਂ ਤੇ ਚੱਲਣ ਤੋਂ ਵੀ ਰੋਕਦੇ ਹਨ। ਸੋ ਸੰਗਤ ਜੀ, ਤੁਸੀਂ ਜਿੱਥੇ ਵੀ ਹੋ ਜਾਂ ਜਿਹੜੇ ਵੀ ਹਾਲ ਵਿੱਚ ਹੋ, ਗੁਰਬਾਣੀ ਨੂੰ ਕਦੀ ਨਾ ਵਿਸਾਰੋ। ਗੁਰਬਾਣੀ ਪੜ੍ਹਦੇ ਰਹੋ ਤੇ ਸੁਣਦੇ ਰਹੋ। ਪਰਮਾਤਮਾ ਹਰ ਵੇਲੇ ਤੁਹਾਡੇ ਅੰਗ ਸੰਗ ਸਹਾਈ ਹੁੰਦੇ ਹਨ। ਸਤਿਨਾਮ ਸ਼੍ਰੀ ਵਾਹਿਗੁਰੂ।